सत श्री अकाल दोस्तों, मैं हाँ गुरमिंदरपाल सिंह। अज का पलेठा प्रोग्राम सुरखाब लैके तुहाडे रूबरू होण जा रहे हैं। तुहाडीआं दुआवां, तुहाडे प्यार सदका पिछले 1.5 साल तो ऑनलाइन टीवी के जरिए जो प्रेरणा तुसीं दित्ती सी, अज PVTV की टीम एक नवीं प्लान पुट्टदे हुए अपना पलेठा प्रोग्राम सुरखाब लैके हाज़र हो रहे हैं। कोशिश होवेगी कि इस प्रोग्राम के जरिए पंजाबी लोक साहित्य, लोक कलावां, लोक संगीत ਅਤੇ ਕੈਨੇਡਾ ਦੇ ਵਿੱਚ ਸਾਡੇ ਆਸ-ਪਾਸ ਹੋ ਰਹੀਆਂ ਘਟਨਾਵਾਂ ਅਤੇ ਵਪਾਰ ਦੀ ਗੱਲਬਾਤ ਤੁਹਾਡੇ ਰੂਬਰੂ ਕਰ ਸਕੀਏ। ਟੀਵੀ ਦੀ ਟੀਮ ਨੇ ਆਪਣੇ ਸਫ਼ਰ ਦੇ ਦਰਮਿਆਨ ਜੋ ਕੁਝ ਸਿੱਖਿਆ ਹੈ, ਪੜ੍ਹਿਆ ਹੈ, ਸਾਂਭਿਆ ਹੈ, ਉਸ ਨੂੰ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਤੁਹਾਡੇ ਰੂਬਰੂ ਕਰਨ ਦਾ ਵੀ ਇੱਕ ਸਾਡਾ ਉਪਰਾਲਾ ਹੋਵੇਗਾ। ਆਸ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੀ ਪਰਖ ਦੀ ਕਸਵੱਟੀ ਤੇ ਖਰੇ ਉਤਰਾਂਗੇ। प्रोग्राम सुरखाब का आगाज़ करते हैं उस मालिक परवरदिगार की उस्तत दे विच सरवण करते हैं एक शब्द। बारंबार बार प्राभ जपिए, प्राभ जपिए, पी अमृत एह मन तन त्रपिए, पी अमृत एह मन तन त्रपिए, बारंबार बार प्राभ जपिए, बारंबार बार प्राभ जपिए, पी अमृत एह मन तन त्रपिए, पी अमृत एह मन तन त्रपिए, बारंबार वाहेगुरु, बारंबार वाहेगुरु, बारंबार वाहेगुरु, बारंबार वाहेगुरु, बारंबार वाहेगुरु, बारंबार वाहेगुरु, बारंबार 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 बार प्राभ जपिए, बारंबार बार प्राभ जपिए, पी अमृत एह मन तन त्रपिए, पी अमृत एह मन तन त्रपिए, नाम रतन जिन गुर मुख पाया, नाम रतन जिन गुर मुख पाया, तिस किछ अवर नहीं दृष्टाया, तिस किछ अवर नहीं दृष्टाया, नाम तन नामो रूप रंग, नाम तन नामो रूप रंग, नामो सुख हर नाम का संग, नामो सुख हर नाम का संग, बारंबार बार प्राभ जपिए, बारंबार बार प्राभ जपिए, पी अमृत एह मन तन त्रपिए, पी अमृत एह मन तन त्रपिए, बारंबार वाहेगुरु, बारंबार वाहेगुरु, बारंबार वाहेगुरु, बारंबार वाहेगुरु, बारंबार वाहेगुरु, बारंबार वाहेगुरु, 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 बारंबार वाहेगुरु, बारंबार वाहेगुरु, बारंबार 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 बार प्राभ जपिए, बारंबार बार प्राभ जपिए, पी अमृत एह मन तन त्रपिए,
जन तृप्ताने नाम रस जो जन तृप्ताने मन तन नामे नाम समाने 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 वाहेगुरु 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 ਵਾਹਿਗੁਰੂ 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 ਪ੍ਰੋਗਰਾਮ ਸੁਰਖਾਬ ਦੇ ਵਿੱਚ ਆਪ ਦਾ ਸਵਾਗਤ। ਵੱਖ-ਵੱਖ ਸੈਗਮੈਂਟਸ ਦੇ ਵਿੱਚੋਂ ਅੱਜ ਦੀ ਸੈਗਮੈਂਟ ਸਾਹਿਤਕ ਪ੍ਰਵਾਸ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ। ਸਾਹਿਤਕ ਪ੍ਰਵਾਸ ਦੇ ਵਿੱਚ ਸਾਡੀ ਕੋਸ਼ਿਸ਼ ਹੋਵੇਗੀ ਕਿ ਪੰਜਾਬੀ ਸਾਹਿਤ ਅਤੇ ਬੋਲੀ ਦੇ ਨਾਲ ਸੰਬੰਧ ਰੱਖਦੀ ਕੋਈ ਇਹੋ ਜਿਹੀ ਸ਼ਖਸੀਅਤ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਕੋਈ ਉਪਲਬਧੀ ਪ੍ਰਾਪਤ ਕੀਤੀ ਹੋਵੇ, ਕੋਈ ਮਾਨ ਸਨਮਾਨ ਪ੍ਰਾਪਤ ਕੀਤਾ ਹੋਵੇ, ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਦਾ ਇੱਕ ਉਪਰਾਲਾ ਕਰਾਂਗੇ। ਦੋਸਤੋ, ਸਾਹਿਤ ਪੜ੍ਹਨਾ ਸਰੀਰਕ ਅਤੇ ਦਿਮਾਗੀ ਦੋਹਾਂ ਪੱਖਾਂ ਤੋਂ ਤੰਦਰੁਸਤ ਹੋਣ ਦਾ ਪ੍ਰਮਾਣ ਹੁੰਦਾ ਹੈ। ਆਪਾਂ ਵੀ ਇੱਕ ਇਹੋ ਜਿਹੀ ਕੋਸ਼ਿਸ਼ ਕਰੀਏ ਕਿ ਆਪਣੀ ਅਜੋਕੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਬੋਲੀ ਨਾਲ ਜੋੜੀਏ, ਪੰਜਾਬੀ ਬੋਲੀ ਪੜ੍ਹਨਾ ਲਿਖਣਾ ਸਿਖਾਈਏ ਤਾਂ ਜੋ ਪੰਜਾਬੀਅਤ ਦਾ ਭਵਿੱਖ ਹੋਰ ਵੀ ਸੋਹਣਾ ਅਤੇ ਵਿਲੱਖਣ ਹੋ ਸਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਡਾਕਟਰ ਜਤਿੰਦਰ ਰੰਧਾਵਾ ਦੇ ਨਾਲ। ਡਾਕਟਰ ਰੰਧਾਵਾ, ਤੁਹਾਡਾ ਹਾਰਦਿਕ ਤੇ ਨਿੱਘਾ ਸਵਾਗਤ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਤੁਹਾਡੇ ਸੁਰਖਾਬ ਦੇ ਪ੍ਰੋਗਰਾਮ ਦੇ ਵਿੱਚ ਮੈਂ ਆਪਣਾ ਹਿੱਸਾ ਬਣਨ ਜਾ ਰਹੀ ਹਾਂ। ਔਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਤੁਹਾਡਾ ਇਹ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਹੈ ਔਰ ਐਵੇਂ ਚੱਲਦਾ ਰਹੂਗਾ, ਮੈਂ ਆਸ ਵੀ ਕਰਦੀ। ਬਹੁਤ ਸ਼ੁਕਰੀਆ ਜੀ ਤੁਹਾਡੇ ਇਹਨਾਂ ਸ਼ਬਦਾਂ ਦੇ ਲਈ। ਡਾਕਟਰ ਰੰਧਾਵਾ, ਵਕਤ ਦਰ ਵਕਤ ਤੁਹਾਡੇ ਨਾਲ ਮਿਲਣ ਦਾ ਸਬੱਬ ਬਣਿਆ, ਤੁਹਾਡੀ ਲੇਖਣੀ ਤੁਹਾਨੂੰ ਪੜ੍ਹਨ ਦਾ ਵੀ ਮੌਕਾ ਮਿਲਿਆ। ਮੈਂ ਚਾਹਾਂਗਾ ਕਿ ਸਾਡੇ ਦਰਸ਼ਕ ਵੀ ਤੁਹਾਡੇ ਬਾਰੇ ਕੁਝ ਜਾਣ ਸਕਣ। ਹਾਂਜੀ, ਮੈਂ ਹਰਿਆਣਾ ਦਾ ਇੱਕ ਛੋਟਾ ਜਿਹਾ ਟਾਊਨ ਹੈ ਟੋਹਾਣਾ ਦੇ ਵਿੱਚ ਮੈਂ ਆਪਣਾ ਬਚਪਨ ਗੁਜ਼ਾਰਿਆ, ਉੱਥੇ ਵੱਡੇ ਹੋਏ ਹਾਂ। ਫਿਰ ਯੂਨੀਵਰਸਿਟੀ ਕੁਰੂਕਸ਼ੇਤਰ ਤੋਂ ਮੈਂ ਆਪਣੀ ਜਿਹੜੀ ਹਾਈ ਐਜੂਕੇਸ਼ਨ ਹੈ ਉੱਥੋਂ ਕੀਤੀ ਹੈ, ਮਾਸਟਰਸ ਕੀਤੀਆਂ, MPhil ਕੀਤੀ ਹੈ, PhD ਕੀਤੀ ਹੈ, ਤਾਂ ਸਰਕਾਰੀ ਨੌਕਰੀ ਵੀ ਕੀਤੀ ਹੈ ਇੰਡੀਆ 'ਚ। PhD ਇਸ ਤੋਂ ਬਾਅਦ ਕੁਝ ਬਚ ਨਹੀਂ ਸੀ ਗਿਆ? ਨਹੀਂ, ਉਹਦੇ ਬਾਅਦ ਵੀ ਚੱਲ ਰਿਹਾ, ਅਜੇ ਨਿਰੰਤਰ ਚੱਲ ਰਿਹਾ। ਜਦੋਂ ਅਸੀਂ 2008 'ਚ PhD ਕੰਪਲੀਟ ਹੋਈ ਮੇਰੀ ਅਪ੍ਰੈਲ 'ਚ, ਫਿਰ ਅਸੀਂ ਇੱਥੇ ਆਏ। ਇੱਥੇ ਆ ਕੇ ਹੁਣ ਤੁਹਾਨੂੰ ਪਤਾ ਹੈ ਨਵੇਂ ਮੁਲਕ 'ਚ ਆਉਣਾ, ਨਵੀਆਂ ਰਵਾਇਤਾਂ ਨੂੰ ਅਪਣਾਉਣਾ, ਨਵੇਂ ਸਿਰੇ ਤੋਂ ਜੌਬ ਲਈ ਟਰਾਈ ਕਰਨਾ, ਤਾਂ ਉੱਥੋਂ ਦੀਆਂ ਡਿਗਰੀਆਂ ਇੱਥੇ ਪੂਰੀਆਂ ਨਹੀਂ ਪਈਆਂ ਅਤੇ ਇੱਥੇ ਵੀ ਆ ਕੇ ਕੁਛ ਨਾ ਕੁਛ ਕਰਨਾ ਪਿਆ, ਅਪਡੇਟ ਕਰਨ ਦਾ ਮੌਕਾ ਮਿਲਿਆ। ਸਾਹਿਤਕ ਖੇਤਰ ਦੇ ਵਿੱਚ ਤੁਹਾਡੀ ਕਦੋਂ ਤੋਂ ਸ਼ੁਰੂਆਤ ਹੋਈ? ਅਸਲ 'ਚ ਜੇ ਤੁਸੀਂ ਇੱਕ ਕਵੀ ਦੇ ਰੂਪ 'ਤੇ ਜਾਣਨਾ ਚਾਹੋ ਤਾਂ ਉਹ ਬਚਪਨ 'ਚ ਹੀ ਸ਼ੁਰੂਆਤ ਹੋ ਗਈ ਸੀ ਕਿਤੇ। ਉਦੋਂ ਮੈਨੂੰ ਪਤਾ ਨਹੀਂ ਸੀ ਮੈਂ ਕੁਛ ਸਿਰਜਣਾ ਕਰ ਰਹੀ ਹਾਂ। ਛੋਟੀ ਉਮਰੇ ਹੱਸਦਿਆਂ ਖੇਡਦਿਆਂ ਹੀ ਕੁਛ ਜੋੜਨਾ, ਗਾਉਂਦੇ ਰਹਿਣਾ, ਪਰ ਉਦੋਂ ਇਹ ਪਤਾ ਨਹੀਂ ਸੀ ਕਿ ਇਹ ਕਵਿਤਾ ਕਿ ਗੀਤ ਹੈ। 15 ਸਾਲ ਦੀ ਉਮਰ ਦੇ ਵਿੱਚ ਮੈਂ ਗੋਰਖੀ ਦਾ ਨਾਵਲ ਮਾਂ ਪੜ੍ਹਿਆ, ਜਦੋਂ ਕਿ ਮੈਂ ਹੁਣ ਬੜਾ ਹੈਰਾਨ ਹੁੰਦੀ ਕਿ ਮੈਂ ਇੰਨੀ ਸੋਹਣੀ ਕਿਤਾਬ ਉਦੋਂ ਪੜ੍ਹ ਲਈ। ਉਹਦੇ ਬਾਅਦ ਹੌਲੀ ਸਾਰੀ ਕਾਲਜ ਦੀ ਲਾਇਬ੍ਰੇਰੀ ਮੈਂ ਪੜ੍ਹੀ। ਪਹਿਲੀ ਲੇਖਣੀ ਤੁਹਾਡੀ ਆਪਣੀ ਲਿਖਤ ਕੀ ਕਵਿਤਾ ਰੂਪ ਵਿੱਚ ਸੀ? ਹਾਂਜੀ, ਮੈਂ ਕਵਿਤਾਵਾਂ ਲਿਖੀਆਂ ਨੇ ਬਹੁਤ ਸਾਰੀਆਂ। ਇੱਥੇ ਜੋ ਤੁਹਾਨੂੰ ਮੈਂ ਦੱਸਿਆ ਕਿ ਜਦੋਂ ਅਸੀਂ ਪਰਦੇਸ 'ਚ ਆਉਂਦੇ ਹਾਂ ਅਤੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਦੇ ਹਾਂ। ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਹੈ, ਤੁਹਾਡੇ ਕੋਲ ਕੋਈ ਪਿਛਲਾ ਵਸੀਲਾ ਕੰਮ ਨਹੀਂ ਹੁੰਦਾ ਸਿਵਾਏ ਕਿ ਤੁਹਾਡੇ ਲਿਆਂਦੇ ਪੈਸਿਆਂ ਤੋਂ ਸਿਵਾਏ ਤੁਹਾਨੂੰ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ। ਅਤੇ ਕਈ ਵਾਰ ਤੁਸੀਂ ਹਾਰ ਕੇ ਬੈਠਦੇ ਵੀ ਆ, ਮੈਂ ਵੀ ਹਾਰ ਕੇ ਬਹੁਤ ਵਾਰੀ ਬੈਠੀ, ਫਿਰ ਆਪੇ ਖੜੀ ਹੋਈ। ਤਾਂ ਉਹਦੇ 'ਚੋਂ ਉਪਜੀਆਂ ਜਿਹੜੀਆਂ 2-4 ਲਾਈਨਾਂ ਮੇਰੇ ਦਿਮਾਗ 'ਚ ਆ ਰਹੀਆਂ, ਮੈਂ ਤੁਹਾਨੂੰ ਉਹ ਦੱਸਦੀ ਹਾਂ। ਜਦੋਂ ਮੈਂ ਬਿਲਕੁਲ ਬੈਠ ਗਈ ਸੀਗੀ, ਕਹਿੰਦੇ ਜਬ ਮਰਜ਼ ਹੱਦ ਸੇ बढ़ ਜਾਏ ਤਾਂ ਦਵਾ ਹੋਤਾ ਹੈ, ਉਹੀ। ਤਾਂ ਮੈਂ ਇੱਕ ਦਿਨ ਜਦੋਂ ਬਹੁਤ ਪਰੇਸ਼ਾਨ ਹੋ ਗਈ ਤਾਂ ਫਿਰ ਮੈਂ ਉਹ 4 ਲਾਈਨਾਂ ਲਿਖੀਆਂ। ਮੈਂ ਤੁਰਾਂ ਤੇ ਕਾਫਲਾ ਵੀ ਤੁਰਦਾ ਬਣੇ, ਮੈਂ ਤੁਰਾਂ ਤੇ ਕਾਫਲਾ ਵੀ ਤੁਰਦਾ ਬਣੇ, ਜੇ ਰੁਕ ਗਈ ਤਾਂ ਠਹਿਰ ਜਾਊ ਸਿਲਸਿਲਾ, ਜਾਓ ਹਵਾਵਾਂ ਨੂੰ ਕਹਿ ਦਿਓ ਅਜਮਾਉਣ ਲਈ, ਮੇਰੇ ਨਾਲ ਤੁਰੇਗਾ ਮੇਰਾ ਹੌਸਲਾ। ਹੁਣ ਤੱਕ ਕੋਈ ਕਿਤਾਬ ਲਿਖੀ ਹੋਵੇ? ਕਿੰਨੀਆਂ ਕੁ ਰਚਨਾਵਾਂ ਤੁਸੀਂ ਦੇ ਚੁੱਕੇ ਹੋ, ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਹੋ? ਇੱਕ ਕਿਤਾਬ ਛਪ ਵੀ ਰਹੀ ਹੈ ਮੇਰੀ ਹੁਣ ਇੰਡੀਆ 'ਚ, ਆਲੋਚਨਾ ਦੇ 'ਤੇ। ਉਹਦੇ ਵਿੱਚ ਹੈ ਲੋਕ ਗੀਤਾਂ ਦਾ ਨਾਰੀਵਾਦੀ ਚਿੰਤਨ, ਛੇਤੀ ਛਪ ਕੇ ਆ ਜਾਣੀ ਹੈ ਬਾਹਰ। ਔਰ ਪੋਇਟਰੀ ਦੇ ਖੇਤਰ 'ਚ ਮੇਰੀ ਪਹਿਲੀ ਕਿਤਾਬ ਆਈ ਹੈ ਮੈਂ ਵੇਲ ਹਾਂ, ਜਿਹੜੀ ਛੇਤੀ ਪਾਠਕਾਂ ਦੀ ਰੂਬਰੂ ਹੋਣ ਵਾਲੀ ਹੈ। ਤਾਂ ਇਹ ਮੇਰੀ ਜਿਹੜੀ ਅਸਲੀ ਸ਼ੌਂਕ ਜੇ ਕਵਿਤਾ ਕਰਨਾ ਹੈ, ਉਹਦੇ 'ਚ ਗੀਤ ਵੀ ਨੇ, ਕਵਿਤਾਵਾਂ ਵੀ ਨੇ। ਉਹ ਕਿਤਾਬ ਮੇਰੀ ਜਿਹੜੀ ਹੁਣ ਰਿਲੀਜ਼ ਹੋਣ ਜਾ ਰਹੀ ਹੈ। ਮੈਂ ਵੇਲ ਹਾਂ ਦਾ ਕੋਈ
ਰੰਗ ਨਾਰੀ ਸ਼ਕਤੀ ਨੂੰ ਹੌਸਲਾ ਦੇਣ ਦੇ ਲਈ ਕਿਉਂ ਨਾ ਸਾਂਝਾ ਕਰ ਦਈਏ, ਤਾਂ ਜੋ ਦਰਸ਼ਕ ਖਾਸ ਕਰਕੇ ਇਸਤਰੀਆਂ ਬੀਬੀਆਂ ਅੱਜ ਸਾਡੇ ਪ੍ਰੋਗਰਾਮ ਨੂੰ ਦੇਖ ਰਹੀਆਂ ਨੇ, ਤੁਹਾਡੀ ਇਸ ਨਾਰੀ ਸ਼ਕਤੀ ਵਾਲੀ ਰਚਨਾ ਨੂੰ ਸੁਣ ਕੇ ਆਪਣਾ ਕੋਈ ਨਵਾਂ ਰੂਪ ਅਖਤਿਆਰ ਕਰ ਲੈਣ। ਜੀ ਮੈਂ ਕੁਝ ਪੰਕਤੀਆਂ ਜਿਵੇਂ ਮੈਨੂੰ ਯਾਦ ਨੇ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗੀ। ਮੈਂ ਵੇਲ ਹਾਂ ਲਿਪਟੀਆਂ ਤੇਰੇ ਆਸਰੇ, ਪਰ ਕਮਜ਼ੋਰ ਨਹੀਂ ਹਾਂ। ਇਹ ਤਾਂ ਮੇਰੀ ਫਿਤਰਤ ਹੈ, ਤੈਨੂੰ ਵਡਿਆਉਣ ਦੀ, ਤੈਨੂੰ ਉਚਿਆਉਣ ਦੀ, ਪਰ ਤੂੰ ਮੈਨੂੰ ਕਮਜ਼ੋਰ ਕਰਨ ਦੀ ਭੁੱਲ ਨਾ ਕਰੀ। ਤੱਕਦੀਆਂ ਤੇਰਾ ਰਾਹ ਕਿ ਤੇਰਾ ਸਰੂਰ ਬਣਿਆ ਰਹੇ, ਝੁਕਦੀਆਂ ਤੇਰੇ ਅੱਗੇ ਕਿ ਤੇਰਾ ਗਰੂਰ ਬਣਿਆ ਰਹੇ। ਤੱਕਦੀਆਂ ਤੇਰਾ ਰਾਹ ਕਿ ਤੇਰਾ ਸਰੂਰ ਬਣਿਆ ਰਹੇ, ਝੁਕਦੀਆਂ ਤੇਰੇ ਅੱਗੇ ਕਿ ਤੇਰਾ ਗਰੂਰ ਬਣਿਆ ਰਹੇ। ਨਿਮਾਣੀ ਹਾਂ ਤਾਂ ਕੇਵਲ ਇਸ ਲਈ ਕਿ ਤੇਰਾ ਮਾਨ ਬਣਿਆ ਰਹੇ, ਪਰ ਤੂੰ ਮੇਰਾ ਅੰਦਾਤਾ ਨਹੀਂ, ਨਾ ਹੀ ਮੈਂ ਤੇਰੇ ਚੰਮ ਦੀ ਗੁੱਡੀ। ਪਰ ਤੂੰ ਮੇਰਾ ਅੰਦਾਤਾ ਨਹੀਂ, ਨਾ ਹੀ ਮੈਂ ਤੇਰੀ ਚੰਮ ਦੀ ਗੁੱਡੀ, ਮੈਂ ਤਾਂ ਤੇਰੀ ਅੰਨਪੂਰਨਾ ਹਾਂ। ਇਹ ਘਰ ਵੀ ਮੇਰੇ ਸਦਕੇ, ਇਹ ਜੱਗ ਵੀ ਮੇਰੇ ਸਦਕੇ। ਇਹ ਘਰ ਵੀ ਮੇਰੇ ਸਦਕੇ, ਇਹ ਜੱਗ ਵੀ ਮੇਰੇ ਸਦਕੇ। ਮੈਂ ਤਾਂ ਤੇਰੀ ਗ੍ਰਸਤ ਰਥ ਦਾ ਉਹ ਪਈਆ ਹਾਂ, ਜੋ ਤੇਰੀ ਰਥ ਨੂੰ ਵੀ ਰੇੜਦਾ ਹੈ ਤੇ ਲੋੜ ਪੈਣ ਤੇ ਚੱਕੀ ਦਾ ਹੇਠਲਾ ਪੁੜ ਵੀ ਬਣ ਜਾਂਦਾ ਹੈ। ਬਹੁਤ ਪਿਆਰੀ ਰਚਨਾ ਜੀ, ਔਰ ਬਹੁਤ ਜੋਸ਼ੀਲੀ ਰਚਨਾ ਹੈ। ਸਾਡੇ ਦਰਸ਼ਕ ਜੋ ਦੇਖ ਰਹੇ ਨੇ ਸੁਰਖਾਬ ਨੂੰ, ਇਹ ਮੇਰੀ ਜਾਚੇ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਔਰਤ ਤੋਂ ਬਿਨਾਂ ਇਹ ਜੱਗ ਅਧੂਰਾ ਹੈ। ਅਸੀਂ ਸਾਰੇ ਜਾਣਦੇ ਹਾਂ ਔਰਤ ਤੋਂ ਬਿਨਾਂ ਇਹ ਘਰ ਅਧੂਰਾ ਹੈ। ਜਿੱਥੇ ਵੀ ਕਦੇ ਦੇਖਿਆ ਹੈ ਤੇ ਇਸੇ ਕਰਕੇ ਇਹ ਸਲੋਗਨ ਬਣੇ ਨੇ ਕਿ ਹਰ ਕਾਮਯਾਬ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੀ ਹੈ। ਕੀ ਸੋਚਦੇ ਹੋ ਕਿ ਅੱਜ ਦੇ ਯੁੱਗ ਦੇ ਵਿੱਚ ਨਾਰੀ ਮਜਬੂਰ ਹੈ ਜਾਂ ਆਪਣੇ ਪੈਰਾਂ ਤੇ ਖੜੀ ਹੋ ਚੁੱਕੀ ਹੈ, ਜਾਂ ਜਿੰਨਾ ਤੁਸੀਂ ਨਾਰੀ ਸ਼ਕਤੀ ਦੀ ਗੱਲ ਕੀਤੀ ਹੈ ਉਸ ਦੇ ਮੁਤਾਬਕ ਕੀ ਸੋਚਦੇ ਹੋ ਕਿ ਨਾਰੀ ਵਾਕਈ ਅਗਾਂਹ ਵਧੂ ਹੈ ਤੇ ਵਧ ਰਹੀ ਹੈ? ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਔਰਤ ਦੇ ਰਾਹ ਦੇ ਵਿੱਚ ਰੁਕਾਵਟਾਂ ਤਾਂ ਹੈਗੀਆਂ ਹੀ ਨੇ। ਹਰ ਔਰਤ ਜਿਹੜੀ ਹੈ ਉਹ ਆਪਣੇ ਆਪ ਤੇ ਪੂਰਾ ਸਵੈਮਾਨ ਉਹਨੂੰ ਨਹੀਂ ਹੈਗਾ, ਔਰ ਉਹ ਵੀ ਔਰਤਾਂ ਹੈਗੀਆਂ ਨੇ ਜਿਹੜੀਆਂ ਅਜੇ ਦੱਬਦੀਆਂ ਜਾਂ ਸੰਸਕਾਰਾਂ ਦੇ ਵਿੱਚ ਹੀ ਉਹਨਾਂ ਨੂੰ ਘੁੱਟੀ ਪਿਲਾਈ ਜਾਂਦੀ ਹੈ ਵੀ ਉਹਨਾਂ ਨਾਲ ਕੁਝ ਬੁਰਾ ਹੋ ਜਾਏ ਤੇਰੇ ਲੇਖ ਨੇ, ਚੰਗਾ ਹੋ ਜਾਏ ਤੇ ਤੇਰੀ ਕਿਸਮਤ ਹੈ। ਤਾਂ ਇਹ ਸਾਡੇ ਜਿਹੜੀਆਂ ਗੱਲਾਂ ਸਾਡੇ ਅਵਚੇਤਨ ਮਨ 'ਚ ਪਈਆਂ ਹੁੰਦੀਆਂ, ਬਚਪਨ ਤੋਂ ਸੁਣੀਆਂ। ਤੇ ਇਹਦੇ ਤੇ ਮੇਰੀ ਇੱਕ ਵਿਅੰਗਤਮਕ ਕਵਿਤਾ ਹੈਗੀ ਆ, ਜਿਹੜੀ ਇਹ ਮੇਰੀ ਕਵਿਤਾ ਹੈ ਇੱਕ ਸਵਾਲ। ਜਦ ਵੀ ਕਿਸੇ ਧੀ ਦੇ ਅਥਰੂ ਡੁੱਲ ਕੇ ਦਿਲ ਪਰ ਆਇਆ, ਨਾ ਮੁੱਕਣ ਵਾਲਾ ਕੋਈ ਦਰਦ ਹੰਡਾਇਆ, ਤੇ ਬਸ ਇੱਕੋ ਤਰਵਾਸ, ਇੱਕੋ ਦਿਲਾਸਾ, ਧੀਏ ਤੇਰੇ ਲੇਖ। ਹਰ ਵਾਰ ਜਦ ਮੈਂ ਇਹ ਸੁਣਿਆ, ਇਹ ਸੋਚਦੀ ਰਹੀ ਕਿ ਕੌਣ ਲਿਖਦਾ ਹੈ ਧੀਆਂ ਦੇ ਲੇਖ। ਬਚਪਨ ਵਿੱਚ ਮਾਂ ਕੋਲੋਂ ਸੁਣਿਆ ਤੇ ਨਾਨੀ ਨੇ ਵੀ ਇਹੀ ਸਮਝਾਇਆ ਕਿ ਜਦੋਂ ਵੀ ਕੋਈ ਬੱਚਾ ਜਨਮਦਾ ਹੈ, ਵਿਧ ਮਾਤਾ ਉਦੋਂ ਹੀ ਉਸਦੇ ਲੇਖ ਲਿਖ ਦਿੰਦੀ ਹੈ। ਜਦੋਂ ਸੁੱਤਾ ਸੁੱਤਾ ਰੋਂਦਾ ਹੈ ਤੇ ਵਿਧ ਮਾਤਾ ਰਵਾਉਂਦੀ ਹੈ, ਜਦੋਂ ਕਿਤੇ ਹੱਸਦਾ ਹੈ ਤੇ ਵਿਧ ਮਾਤਾ ਹਸਾਉਂਦੀ ਹੈ। ਤਾਂ ਮੈਨੂੰ ਇਹ ਕਦੀ ਸਮਝ ਨਹੀਂ ਆਇਆ ਕਿ ਨਿੱਕੇ ਨਿੱਕੇ ਖਿਡੌਣਿਆਂ ਨੂੰ ਵਿਧ ਮਾਤਾ ਬਣਾ ਕੇ ਉਹਨਾਂ ਨਾਲ ਆਪ ਖੇਡਦੀ ਹੈ ਕਿ ਸਾਰੇ ਜੱਗ ਨੂੰ ਖਿਡਾਉਂਦੀ ਹੈ। ਇਹੀ ਮੇਰੀ ਸਮਝ ਕਦੇ ਵੀ ਨਹੀਂ ਪਿਆ। ਤਾਂ ਇਹ ਸਵਾਲ ਹਮੇਸ਼ਾ ਹੀ ਮੇਰੇ ਅੰਤਰ ਮਨ ਵਿੱਚ ਭਟਕਦਾ ਰਿਹਾ ਕਿ ਕੌਣ ਲਿਖਦਾ ਧੀਆਂ ਦੇ ਲੇਖ। ਨੀ ਵਿਧ ਮਾਤਾ, ਨੀ ਮਾਤਾ ਰਾਣੀਏ, ਤੂੰ ਜਾਣਬੁੱਝ ਕੇ ਧੀਆਂ ਦੇ ਲੇਖ ਸੰਜੀਦਾ ਲਿਖਦੇ ਕਿ ਤੇਰੇ ਪੈਰੋਕਾਰਾਂ ਆਪ ਬਿਥਲੇ। ਤੈਨੂੰ ਕੁਝ ਪਤਾ ਲੱਗਾ? ਤੇਰੇ ਨਿੱਕੇ ਨਿੱਕੇ ਖਿਡੌਣੇ, ਇਹ ਹੱਸਦੇ ਰੋਂਦੇ ਖਿਡੌਣੇ, ਕਦੋਂ ਦੇ ਧੀਆਂ ਦੇ ਲੇਖ ਆਪ ਲਿਖਣ ਲੱਗ ਪਏ ਨੇ। ਹੁਣ ਕੋਈ ਧੀ ਚਾਵਾਂ ਮਲਾਰਾਂ ਨਾਲ ਨਹੀਂ ਜੰਮਦੀ, ਸਗੋਂ ਸੋਗੀ ਵਾਤਾਵਰਨ ਵਿੱਚ ਪਨਪਦੀ ਹੈ। ਅਵਲ ਤਾਂ ਜਨਮਦੀ ਹੀ ਘੱਟਦੇ ਹੈ ਤੇ ਪੂਰਨ ਵਿਕਸਦੀ ਨਹੀਂ। ਤਾਂ ਫਿਰ ਉਹੀ ਅਖਾਣ, ਧੀਆਂ ਨਹੀਂ ਬੁਰੀਆਂ, ਬੁਰੇ ਨੇ ਧੀਆਂ ਦੇ ਲੇਖ। ਮੇਰਾ ਕਹਿਣ ਦਾ ਮਤਲਬ ਹੈ ਕਿ ਸ਼ੁਰੂ ਤੋਂ ਹੀ ਧੀਆਂ ਦੇ ਇਹਨਾਂ ਦੇ ਮਨ 'ਚ ਹੀ ਪਾ ਦਿੱਤਾ ਗਿਆ ਹੈ ਕਿ ਤੁਹਾਡੇ ਲੇਖ ਉਹ ਉਹਨੂੰ ਕਮਜ਼ੋਰ ਕਰਦਾ ਹੈ। ਜੇ ਅਸੀਂ ਸ਼ੁਰੂ 'ਚ ਉਹਨਾਂ ਦੇ ਮਨ 'ਚ ਇਹ ਭਰੀਏ ਕਿ ਤੁਸੀਂ ਸਭ ਕੁਝ ਹੋ, ਤੁਸੀਂ ਹਰ ਕੁਝ ਕਰ ਸਕਦੀਆਂ ਹੋ, ਲੇਖ ਤੁਸੀਂ ਆਪ ਬਣਾਉਣੇ ਨੇ, ਕਿਸਮਤ ਤੁਸੀਂ ਆਪ ਲਿਖਣੀ ਆ, ਤਾਂ ਮੇਰੇ ਖਿਆਲ 'ਚ ਅੱਜ ਦੀ ਹਰ ਇੱਕ ਔਰਤ ਉਨੀ ਹੀ ਤਾਕਤਵਰ ਹੋ ਸਕਦੀ ਹੈ ਜਿੰਨਾ ਕਿ ਸਮਾਜ ਦਾ ਇੱਕ ਆਮ ਇਨਸਾਨ। ਉਹ ਵੀ ਤਾਕਤਵਰ ਹੋ ਕੇ ਅੱਗੇ ਵੱਧ ਸਕਦੀ ਹੈ। ਉਹਨੂੰ ਕੋਈ ਡਰ ਦਾ ਪਰਛਾਵਾਂ ਜਾਂ ਕੋਈ ਰੁਕਾਵਟ ਉਹਦਾ ਰਾਹ ਨਹੀਂ ਰੋਕ ਸਕਦੀਆਂ, ਔਰ ਉਹ ਵੀ ਅੱਗੇ ਵਧੂਗੀ, ਇੱਕ ਇਨਸਾਨ ਨਾਲ ਮੋਢੇ ਨਾਲ ਮੋਢਾ ਲਗਾ ਕੇ ਚੱਲੂਗੀ, ਉਹਨੂੰ ਇਨਸਾਨ ਦਾ ਰੂਪ ਸਮਝਿਆ ਜਾਊਗਾ। ਤਾਂ ਫਿਰ ਇਹ ਡਰ, ਇਹ ਤੋਖਲੇ ਸਾਰੇ ਖਤਮ ਹੋ ਜਾਣਗੇ। ਸਾਹਿਤਕ ਪ੍ਰਵਾਸ ਤੁਹਾਡੀ ਜੋ ਚੱਲ ਰਹੀ ਹੈ, ਇਸ ਉਡਾਨ ਦਾ ਕਿੰਨਾ ਕੁ ਵਿਸ਼ਾਲ ਘੇਰਾ ਹੋਰ ਦੇਖ ਰਹੇ ਹੋ ਕਿ ਹਲੇ ਉੱਡਣਾ ਜਾਂ ਇਸ ਦੇ ਵਿੱਚ ਆਪਣੇ ਆਪ ਨੂੰ ਸੀਮਿਤ ਕਰ ਰਹੇ ਹੋ? ਨਹੀਂ, ਮੈਂ ਤਾਂ ਸੋਚ ਰਹੀ ਹਾਂ ਕਿ ਮੇਰੀ ਸਾਹਿਤਕ ਜਿਹੜੀ ਇਹ ਪ੍ਰਵਾਸ ਹੈ, ਜਿਹੜੀ ਇਹ ਉਡਾਨ ਹੈ, ਅਜੇ ਸ਼ੁਰੂ ਹੀ ਹੋਈ ਹੈ। ਅਜੇ ਤਾਂ ਮੇਰੇ ਨਿਮਾਣੇ ਯਤਨ ਨੇ, ਅਜੇ ਤਾਂ ਮੈਂ ਸ਼ੁਰੂਆਤੀ ਕਦਮਾਂ 'ਚ ਹਾਂ। ਸੁਰਖਾਬ ਦੇ ਵਿੱਚ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਸਾਡੇ ਵੱਲੋਂ PVTV ਦੀ ਟੀਮ ਵੱਲੋਂ ਤੁਹਾਡੇ ਆਉਣ ਵਾਲੇ ਭਵਿੱਖ ਦੇ ਲਈ ਬਹੁਤ ਬਹੁਤ ਸ਼ੁਭ ਕਾਮਨਾਵਾਂ।
ਮੇਰੇ ਵੱਲੋਂ ਵੀ ਤੁਹਾਡੇ ਪ੍ਰੋਗਰਾਮ ਨੂੰ ਬਹੁਤ ਬਹੁਤ ਵਧਾਈਆਂ ਔਰ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਹੈ ਕਿ ਮੈਂ ਤੁਹਾਡੇ ਪ੍ਰੋਗਰਾਮ ਦਾ ਹਿੱਸਾ ਬਣੀ ਹਾਂ। ਇੱਥੇ ਤੁਸੀਂ ਮੇਰੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ ਔਰ ਆਉਂਦੇ ਸਮੇਂ 'ਚ ਵੀ ਆਪਾਂ ਗੱਲਬਾਤ ਕਰਦੇ ਰਹਾਂਗੇ ਔਰ ਮੈਂ ਆਸ ਕਰਦੀ ਹਾਂ ਕਿ ਤੁਹਾਡਾ ਪ੍ਰੋਗਰਾਮ ਦਿਨ ਰਾਤ ਤਰੱਕੀ ਕਰੇ ਤੇ ਅੱਗੇ ਵਧੇ। ਡਾਕਟਰ ਜਤਿੰਦਰ ਰੰਧਾਵਾ ਦੇ ਨਾਲ ਤਾਂ ਮੁਲਾਕਾਤ ਤੁਸੀਂ ਸਾਡੀ ਦੇਖੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਵੇਲਾ ਹੈ ਇੱਕ ਬ੍ਰੇਕ ਦਾ, ਗੱਲ ਕਰਾਂਗੇ ਬ੍ਰੇਕ ਤੋਂ ਬਾਅਦ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਰਖਾਬ। ਕੀਪ ਵਾਚਿੰਗ PVTV। ਇੰਸ਼ੋਰੈਂਸ ਅਤੇ ਇਨਵੈਸਟਮੈਂਟ ਪਲਾਨਿੰਗ ਸਾਡੇ ਓਵਰਆਲ ਫਾਈਨੈਂਸ਼ੀਅਲ ਪਲਾਨ ਦਾ ਇੱਕ ਅਹਿਮ ਹਿੱਸਾ ਹੈ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, RRSP, RESP ਅਤੇ ਆਪਣੇ ਕੰਪਲੀਟ ਫਾਈਨੈਂਸ਼ੀਅਲ ਪੋਰਟਫੋਲੀਓ ਰਿਵਿਊ ਵਾਸਤੇ ਤੁਸੀਂ ਇਕਬਾਲ ਬਰਾੜ ਨੂੰ ਅੱਜ ਹੀ ਫੋਨ ਕਰ ਸਕਦੇ ਹੋ 416 803 3863 416 803 3863। ਅਕਾਊਂਟਿੰਗ ਸਹੀ ਹੈ ਤਾਂ ਲਾਈਫ ਸਹੀ ਹੈ। We help you maintain your business health. ਜਦੋਂ ਤੋਂ ਸਾਡੀ ਅਕਾਊਂਟਿੰਗ ਇਹਨਾਂ ਕੋਲ ਆਈ ਹੈ ਸਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ। ਅਕਾਊਂਟਿੰਗ ਲਈ ਇੱਕੋ ਹੀ ਨਾਮ ਹਰਜੀਤ ਘੁੰਮਣ। ਹਰਜੀਤ ਘੁੰਮਣ। ਹਰਜੀਤ ਘੁੰਮਣ। ਟੈਕਸ ਜਾਂ ਆਡਿਟਸ ਦੀਆਂ ਸਾਰੀਆਂ ਸਮੱਸਿਆਵਾਂ ਲਈ ਸਾਡੇ ਨਾਲ ਸੰਪਰਕ ਕਰੋ। ਚੰਗਾ ਅਤੇ ਤੰਦਰੁਸਤ ਜੀਵਨ ਜੀਣ ਦੇ ਲਈ ਸਾਨੂੰ ਰੋਜ਼ਾਨਾ ਮਰੇ ਦੀ ਕੰਮਾਂ ਕਾਰਾਂ ਨੂੰ ਵਾਚਣਾ ਬਹੁਤ ਜ਼ਰੂਰੀ ਹੈ। ਕਿਹਾ ਗਿਆ ਹੈ ਕਿ ਭੋਜਨ ਨੂੰ ਵੇਖ ਕੇ ਉਹ ਸੰਸਾਰ ਭੁੱਖ ਜਾਗਦੀ ਹੈ। ਭੋਜਨ ਵਧੇਰੇ ਹੋਵੇ ਅਸੀਂ ਆਪਣੀ ਭੁੱਖ ਵਧਾ ਲੈਂਦੇ ਹਾਂ, ਪਰ ਭੋਜਨ ਘੱਟ ਅਤੇ ਸੰਤੁਲਿਤ ਖਾਇਆ ਜਾਵੇ ਤਾਂ ਅਸੀਂ ਲੰਮੇਰੀ ਅਤੇ ਤੰਦਰੁਸਤੀ ਭਰਿਆ ਜੀਵਨ ਜੀ ਸਕਦੇ ਹਾਂ। ਇਸ ਵਿਸ਼ੇ ਤੇ ਕੁਝ ਗੱਲਬਾਤ ਕੀਤੀ ਹੈ ਡਾਕਟਰ ਹਰਪ੍ਰੀਤ ਬਜਾਜ ਹੁਣਾਂ ਦੇ ਨਾਲ, ਜੋ ਕਿ ਐਂਡੋਕ੍ਰਿਨੋਲੋਜਿਸਟ ਨੇ। ਜੀਵਨ ਜਾਂਚ ਸੈਗਮੈਂਟ ਦੇ ਅੰਦਰ ਇਹ ਮੁਲਾਕਾਤ ਤੁਹਾਡੇ ਰੂਬਰੂ ਪੇਸ਼ ਕਰਦੇ। ਦਰਸ਼ਕੋ, ਡਾਕਟਰ ਹਰਪ੍ਰੀਤ ਬਜਾਜ ਐਂਡੋਕ੍ਰਿਨੋਲੋਜਿਸਟ ਸਾਡੇ ਨਾਲ ਨੇ। ਗੱਲਬਾਤ ਕਰਦੇ ਹਾਂ ਸ਼ੂਗਰ ਰੋਗ, ਇੱਕ ਜ਼ਿੰਦਗੀ ਭਰ ਚੱਲਣ ਵਾਲਾ ਰੋਗ ਹੈ। ਕੀ ਹੈ ਸ਼ੂਗਰ? ਗੱਲਬਾਤ ਕਰਦੇ ਹਾਂ। ਡਾਕਟਰ ਬਜਾਜ, PVTV ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਡਾਕਟਰ ਸਾਹਿਬ, ਥੋੜ੍ਹਾ ਜਿਹਾ ਆਪਣੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਤੁਸੀਂ ਬਰੈਂਪਟਨ ਦੇ ਵਿੱਚ ਇੱਕ ਐਂਡੋਕ੍ਰਿਨੋਲੋਜਿਸਟ ਦੇ ਪੇਸ਼ੇ ਵਜੋਂ ਡਾਕਟਰ ਹੋ, ਆਪਣੇ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦਿਓ। ਜੀ ਜ਼ਰੂਰ। ਮੈਂ ਡਾਕਟਰ ਹਰਪ੍ਰੀਤ ਸਿੰਘ ਬਜਾਜ ਹੈਗਾ ਜੀ। ਮੈਂ ਇੰਡੀਆ ਵਿੱਚ ਮੈਡੀਕਲ ਸਕੂਲ ਕੀਤਾ, ਫਿਰ ਉਸ ਤੋਂ ਬਾਅਦ ਮੈਂ ਅਮਰੀਕਾ ਵਿੱਚ 7 ਸਾਲ ਪ੍ਰੈਕਟਿਸ ਕੀਤੀ, ਟ੍ਰੇਨਿੰਗ ਕੀਤੀ। ਹੋਰ ਜ਼ਿਆਦਾ ਆਪਣੀ ਸਪੈਸ਼ਲਾਈਜੇਸ਼ਨ ਜਿਹੜੀ ਹੈਗੀ ਹੈ ਐਂਡੋਕ੍ਰਿਨੋਲੋਜੀ ਵਿੱਚ ਕੀਤੀ, ਅਤੇ ਉਸ ਤੋਂ ਬਾਅਦ ਡਾਇਬੀਟੀਜ਼ ਦਾ ਸਪੈਸ਼ਲਿਸਟ ਬਣਿਆ ਜੀ। ਅਤੇ ਉਸ ਤੋਂ ਬਾਅਦ ਹੁਣ ਬਰੈਂਪਟਨ ਵਿੱਚ 4 ਸਾਲ ਹੋ ਗਏ ਨੇ ਜਿਹੜਾ ਮੈਂ ਡਾਇਬੀਟੀਜ਼ ਦੀ ਸਪੈਸ਼ਲਿਸਟ ਪ੍ਰੈਕਟਿਸ ਚਲਾ ਰਿਹਾ ਹੈਗਾ ਜੀ। ਦੇਖੋ ਜੀ, ਸ਼ੂਗਰ ਰੋਗ ਜੋ ਹੈ, ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਜਿਹੜੀ ਤੁਸੀਂ ਪਹਿਲਾਂ ਹੀ ਦੱਸੀ ਹੈਗੀ ਹੈ ਕਿ ਇਹ ਕਦੇ ਨਾ ਖਤਮ ਹੋਣ ਵਾਲੀ ਬਿਮਾਰੀ ਹੈਗੀ ਹੈ। ਜੇ ਇੱਕ ਵਾਰੀ ਸ਼ੂਗਰ ਸ਼ੁਰੂ ਹੋ ਜਾਂਦੀ ਹੈ ਤਾਂ ਬਿਮਾਰੀ ਕਦੇ ਖਤਮ ਨਹੀਂ ਹੋ ਸਕਦੀ। ਅਸੀਂ ਕੋਈ ਇਹਦਾ ਕਿਉਰ ਹਾਲੇ ਤੱਕ ਲੱਭਿਆ ਨਹੀਂ ਹੈਗਾ। ਅਤੇ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਾਣਕਾਰੀ ਪਤਾ ਹੋਣਾ, ਕਿਉਂਕਿ ਬਹੁਤ ਸਾਰੀਆਂ ਗਲਤ ਫਹਿਮੀਆਂ ਆਪਣੇ ਕਮਿਊਨਿਟੀ ਵਿੱਚ, ਆਪਣੇ ਲੋਕਾਂ ਵਿੱਚ ਹੈਗੀਆਂ ਨੇ ਇਸ ਰੋਗ ਦੇ ਬਾਰੇ। ਇੱਕ ਸਭ ਤੋਂ ਵੱਡੀ ਗਲਤ ਫਹਿਮੀ ਹੈਗੀ ਹੈ ਕਿ ਆਪਾਂ ਤਾਂ ਸ਼ੂਗਰ ਨੂੰ ਖਤਮ ਕਰ ਦੇਣਾ। ਕਿਵੇਂ ਖਤਮ ਕਰ ਦੇਣਾ? ਆਪਾਂ ਕਸਰਤ ਹੀ ਇੰਨੀ ਕਰਾਂਗੇ ਅਤੇ ਖਾਣਾ ਹੀ ਇੰਨਾ ਠੀਕ ਖਾਵਾਂਗੇ ਕਿ ਠੀਕ ਨਹੀਂ ਹੋਣ, ਕਿ ਉਹਨੂੰ ਠੀਕ ਕਰ ਦੇਣਾ। ਪਰ ਸਾਇੰਸ ਦੇ ਹਿਸਾਬ ਨਾਲ ਉਹ ਕੰਟਰੋਲ ਹੋ ਸਕਦੀ ਹੈ, ਉਹਨੂੰ ਆਪਾਂ ਕਾਬੂ ਕਰ ਸਕਦੇ ਹੈਗੇ ਹਾਂ। ਪਰ ਜਿਹੜੀ ਬਿਮਾਰੀ ਹੈਗੀ ਹੈ ਉਹ ਖਤਮ ਨਹੀਂ ਹੋ ਸਕਦੀ। ਉਹ ਫਿਰ ਆਪਣਾ ਮੂੰਹ ਚੁੱਕ ਕੇ ਆ ਜਾਂਦੀ ਹੈਗੀ ਹੈ। ਕੁਛ ਉਮਰ ਬੀਤਦੀ ਹੈਗੀ ਹੈ ਅਤੇ ਸ਼ੂਗਰ ਵਾਪਸ ਆ ਜਾਂਦੀ ਹੈਗੀ ਹੈ। ਫਿਰ ਆਪਾਂ ਉਦੋਂ ਜਦੋਂ ਸ਼ੂਗਰ ਦੀ ਬਿਮਾਰੀ ਵਿਗੜ ਜਾਂਦੀ ਹੈਗੀ ਹੈ, ਫਿਰ ਆਪਾਂ ਦਵਾਈਆਂ ਲੈਣੀਆਂ ਸ਼ੁਰੂ ਕਰਦੇ ਹੈਗੇ ਹਾਂ। ਪਰ ਕਈ ਵਾਰੀ ਉਦੋਂ ਤੱਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਹੁੰਦੀ ਹੈਗੀ ਹੈ, ਅਤੇ ਇਸ ਕਰਕੇ ਉਹਦੇ ਨਾਲ ਜੋ ਤਕਲੀਫਾਂ ਹੁੰਦੀਆਂ ਨੇ ਹਾਈ ਸ਼ੂਗਰ ਦੇ ਨਾਲ, ਉਹ ਆਪਣੇ ਪੇਸ਼ੈਂਟਸ ਵਿੱਚ ਹੋ ਚੁੱਕੀਆਂ ਹੁੰਦੀਆਂ ਨੇ। ਉਸ ਤੋਂ ਬਾਅਦ ਦਵਾਈਆਂ ਲਈਏ ਤਾਂ ਉਹ ਚੰਗਾ ਨਹੀਂ ਹੁੰਦਾ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਅਤੇ ਆਪਾਂ ਜੇ ਪਹਿਲਾਂ ਹੀ ਦਵਾਈਆਂ ਲੈ ਲਈਏ ਅਤੇ ਕਸਰਤ ਕਰੀਏ ਅਤੇ ਖਾਣਾ ਠੀਕ ਖਾਈਏ, ਤਿੰਨੋਂ ਦਾ ਬੈਲੈਂਸ ਹੋਣਾ ਜ਼ਰੂਰੀ ਹੈਗਾ, ਤਾਂ ਆਪਾਂ ਉਹ ਸਾਰੀਆਂ ਤਕਲੀਫਾਂ ਤੋਂ ਬਚ ਸਕਦੇ ਹੈਗੇ। ਸ਼ੂਗਰ ਜਦੋਂ ਬਿਗਨਿੰਗ ਦੇ ਵਿੱਚ ਹੁੰਦੀ ਹੈ, ਸਟਾਰਟਿੰਗ ਹੁੰਦੀ ਹੈ, ਕਿਹੋ ਜਿਹੇ ਸਿੰਪਟਮ ਨੇ ਬੰਦੇ ਨੂੰ ਜਿਹੜੇ ਸਮਝ ਲੈਣੇ ਚਾਹੀਦੇ ਨੇ ਕਿ ਮੈਨੂੰ ਸ਼ੂਗਰ ਹੋ ਗਈ ਹੈ, ਤਾਂ ਜੋ ਆਪਣਾ ਇਲਾਜ ਜਾਂ ਉਹਦੇ ਬਾਰੇ ਅੱਗੇ ਕਿਉਰ ਕਰਨਾ ਸਟਾਰਟ ਕਰ ਦੇਵੇ, ਪਰਹੇਜ਼ ਕਰਨਾ ਸ਼ੁਰੂ ਕਰ ਦੇਵੇ? ਜੀ ਦੇਖੋ ਜੀ, ਸ਼ੂਗਰ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ। ਇਸ ਲਈ ਕਿਹਾ ਜਾਂਦਾ ਸਾਇਲੈਂਟ ਕਿਲਰ ਕਿ ਜਦੋਂ ਸ਼ੂਗਰ ਹੋਣੀ ਸ਼ੁਰੂ ਹੁੰਦੀ ਹੈਗੀ ਹੈ, ਥੋੜ੍ਹੀ ਜਿਹੀ ਹਾਈ ਹੋਣੀ ਸ਼ੁਰੂ ਹੁੰਦੀ ਹੈ, ਅਤੇ ਬੰਦੇ ਨੂੰ ਜਾਂ ਜਨਾਨੀ ਨੂੰ, ਪੇਸ਼ੈਂਟ ਨੂੰ ਕੋਈ ਸਿੰਪਟਮ ਨਹੀਂ ਹੁੰਦਾ। ਜ਼ਿਆਦਾਤਰ ਪਤਾ ਵੀ ਨਹੀਂ ਲੱਗਦਾ ਕਿ ਸ਼ੂਗਰ ਵੱਧ ਗਈ ਹੈਗੀ। ਇਸ ਲਈ ਉਹਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ। ਜਿਹੜੇ ਸਿੰਪਟਮ ਹੁੰਦੇ ਨੇ, ਆਪਾਂ ਗੱਲ ਕਰਦੇ ਹਾਂ ਕਿ ਪਿਆਸ ਜ਼ਿਆਦਾ ਲੱਗਦੀ ਹੈ, ਜਾਂ ਪਿਸ਼ਾਬ ਜ਼ਿਆਦਾ ਆਉਂਦਾ ਹੈ, ਜਾਂ ਥਕਾਨ ਮਹਿਸੂਸ ਹੁੰਦੀ ਹੈ, ਜਾਂ ਅੱਖਾਂ ਨੇ ਹਨੇਰਾ ਆ ਜਾਂਦਾ ਹੈਗਾ, ਇਹ ਸਾਰੇ ਜਿਹੜੇ ਸਿੰਪਟਮ ਹੈਗੇ ਨੇ ਉਹ ਹੁੰਦੇ ਨੇ ਜਦੋਂ ਸ਼ੂਗਰ 15-20 'ਤੇ ਪਹੁੰਚੀ ਹੋਈ ਹੁੰਦੀ ਹੈ। ਐਂਡ ਨੋਰਮਲ ਸ਼ੂਗਰ ਜਿਹੜੀ ਹੁੰਦੀ ਹੈ ਉਹ 7 ਤੋਂ ਥੱਲੇ ਹੋਣੀ ਚਾਹੀਦੀ ਹੈਗੀ ਹੈ। ਜਦੋਂ 15-20  'ਤੇ ਪਹੁੰਚੀ ਹੋਈ ਹੁੰਦੀ ਹੈ, ਉਦੋਂ ਆਪਾਂ ਨੂੰ ਇਹ ਤਕਲੀਫ ਮਹਿਸੂਸ ਹੁੰਦੀ ਹੈ ਅਤੇ ਆਪਾਂ ਕਹਿੰਦੇ ਹਾਂ ਹੁਣ ਦਵਾਈ ਲੈ ਲੈਂਦੇ ਹੈਗੇ। ਪਰ ਜਿਹੜੀ 7 ਤੋਂ 15 ਦੇ ਦਰਮਿਆਨ ਜਿਹੜੀ ਸ਼ੂਗਰ ਹੈਗੀ ਹੈ, ਉਹਦੇ ਕੋਈ ਸਿੰਪਟਮ ਨਹੀਂ ਹੁੰਦੇ ਹੈਗੇ ਜ਼ਿਆਦਾਤਰ ਲੋਕਾਂ ਵਿੱਚ।
ਉਹਨਾਂ ਨੂੰ ਕੋਈ ਤਕਲੀਫ ਨਹੀਂ ਮਹਿਸੂਸ ਹੁੰਦੀ। ਤੇ ਇਸੇ ਕਰਕੇ ਕਿਉਂਕਿ ਇਹ ਸਾਇਲੈਂਟ ਡਿਜ਼ੀਜ਼ ਹੈਗੀ ਹੈ ਆਪਣੀ ਕਮਿਊਨਿਟੀ ਵਿੱਚ, ਆਪਾਂ ਸੋਚਦੇ ਹਾਂ ਕਿ ਮੈਨੂੰ ਕੋਈ ਤਕਲੀਫ ਹੀ ਨਹੀਂ, ਮੈਂ ਕਿਉਂ ਦਵਾਈਆਂ ਲਵਾਂ, ਮੈਂ ਕਿਉਂ ਡਾਕਟਰ ਕੋਲ ਜਾਵਾਂ, ਮੈਂ ਕਿਉਂ ਟੈਸਟ ਕਰਾਵਾਂ। ਤੇ ਉਦੋਂ ਤੱਕ ਆਪਾਂ ਟੈਸਟ ਨਹੀਂ ਕਰਾਉਂਦੇ, ਉਦੋਂ ਤੱਕ ਦਵਾਈਆਂ ਨਹੀਂ ਲੈਂਦੇ ਜਦੋਂ ਤੱਕ ਤਕਲੀਫ ਹੋਰ ਜ਼ਿਆਦਾ ਵਿਗੜ ਨਹੀਂ ਗਈ ਹੁੰਦੀ। ਫੈਮਿਲੀ ਦੇ ਵਿੱਚ ਇਹ ਰੋਗ ਕਈਆਂ ਦੇ ਵਿੱਚ ਹੈਰੀਡਿਟੀ ਹੁੰਦਾ ਹੈ, ਤਾਂ ਲਾਜ਼ਮੀ ਹੋ ਜਾਂਦਾ ਹੈ ਕਿ ਉਹ ਰੋਗ ਕਿਸੇ ਨਾ ਕਿਸੇ ਉਮਰ ਦੇ ਵਿੱਚ ਅਗਲੇ ਪੀੜ੍ਹੀ ਵਾਲੇ ਬੰਦੇ ਨੂੰ ਆਉਣਾ ਹੀ ਹੈ, ਭਾਵੇਂ ਉਹ ਬੱਚੇ 'ਚੋਂ ਸ਼ੁਰੂ ਹੋ ਜਾਵੇ ਜਾਂ ਉਹ 25-30 ਸਾਲ ਦੇ ਨੌਜਵਾਨ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇ। ਉਹੋ ਜਿਹੇ ਕੇਸ ਦੇ ਵਿੱਚ ਜਦੋਂ ਪਰਿਵਾਰ ਨੂੰ ਇਸ ਗੱਲ ਬਾਰੇ ਪਤਾ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਸ਼ੂਗਰ ਰੋਗ ਹੈਰੀਡਿਟੀ ਹੈ, ਕਿਹੋ ਜਿਹੀ ਕਿਉਰ ਜਾਂ ਪਰਹੇਜ਼ ਉਸ ਵੇਲੇ ਜ਼ਰੂਰੀ ਹੋ ਜਾਂਦਾ? ਜੀ, ਐਂਡ ਬਹੁਤ ਅੱਛਾ ਸਵਾਲ ਹੈ ਕਿਉਂਕਿ ਇੱਕ ਫੈਮਿਲੀ ਮੈਂਬਰ ਨੂੰ ਜੇ ਸ਼ੂਗਰ ਦਾ ਦੂਸਰੀ ਟਾਈਪ ਦੀ ਸ਼ੂਗਰ ਜਿਹੜੀ ਹੁੰਦੀ ਹੈ, ਟਾਈਪ 2 ਡਾਇਬੀਟੀਜ਼ ਜਿਹੜੀ ਹੈਗੀ ਆ ਉਹ ਹੈਗੀ ਹੈ, ਅਤੇ ਬਾਕੀ ਫੈਮਿਲੀ ਮੈਂਬਰਸ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਜਾਂ ਬੱਚਿਆਂ ਨੂੰ ਵੀ ਸ਼ੂਗਰ ਰੋਗ ਹੋਣ ਦਾ ਰਿਸਕ ਜਿਹੜਾ ਹੈਗਾ ਬਹੁਤ ਜ਼ਿਆਦਾ ਹੈਗਾ। ਅਤੇ ਉਹ ਰਿਸਕ ਨੂੰ ਆਪਾਂ ਬਚਾ ਸਕਦੇ ਹੈਗੇ ਆ, ਉਹਨੂੰ ਆਪਾਂ ਬਚਾ ਸਕਦੇ ਹਾਂ ਸ਼ੂਗਰ ਨਾ ਹੋਵੇ, ਵੀ ਆਪਾਂ ਪਹਿਲਾਂ ਹੀ ਆਪਣੀ ਜਿਹੜੀ ਤੰਦਰੁਸਤੀ ਹੈਗੀ ਆ ਉਹ ਬਰਕਰਾਰ ਰੱਖ ਸਕੀਏ ਸਹੀ ਖਾਣੇ ਦੇ ਪਰਹੇਜ਼ ਦੇ ਨਾਲ ਅਤੇ ਸਹੀ ਕਸਰਤ ਅਤੇ ਐਕਸਰਸਾਈਜ਼ ਦੇ ਨਾਲ, ਅਤੇ ਤਾਂ ਕਿ ਆਪਣੇ 'ਤੇ ਮੋਟਾਪਾ ਨਾ ਆਵੇ, ਆਪਣੇ ਢਿੱਡ ਨਾ ਵਧਣ, ਤਾਂ ਕਿ ਇਹ ਸ਼ੂਗਰ ਦੀ ਬਿਮਾਰੀ ਤੋਂ ਬਚਿਆ ਜਾ ਸਕੇ। ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਇਹ ਸਭ ਕੁਝ ਪਹਿਲਾਂ ਹੀ ਕਰ ਲੈਣ ਤਾਂ ਕਿ ਸ਼ੂਗਰ ਦੀ ਬਿਮਾਰੀ ਹੋਵੇ ਹੀ ਨਾ, ਜਾਂ ਫਿਰ ਹੋਵੇ ਤਾਂ ਬਹੁਤ ਲੇਟ ਹੋਵੇ। ਅੱਜ ਕੱਲ੍ਹ ਆਪਾਂ ਕੀ ਦੇਖ ਰਹੇ ਹਾਂ ਕਿ ਉਲਟਾ ਹੋ ਰਿਹਾ। ਆਪਾਂ ਆਪਣੇ ਮਾਂ ਪਿਓ ਨੂੰ ਦੇਖਦੇ ਸੀਗੇ ਜਿਨ੍ਹਾਂ ਨੂੰ ਹੁੰਦੀ ਸੀਗੀ ਨਾ ਸ਼ੂਗਰ, ਅਤੇ 50-60 ਸਾਲ ਤੇ ਉਮਰ 'ਤੇ ਹੁੰਦੀ ਸੀਗੀ, ਪਰ ਅੱਜ ਕੱਲ੍ਹ ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੇ ਅੱਗੇ ਨੈਕਸਟ ਜਨਰੇਸ਼ਨ ਨੂੰ ਜਲਦੀ ਹੋ ਰਹੀ। 30 ਸਾਲ ਕੁਝ ਪੇਸ਼ੈਂਟ ਹੈਗੇ ਨੇ ਜਿਹੜੇ 20 ਸਾਲ ਤੋਂ ਵੀ ਪਹਿਲਾਂ ਜਿਨ੍ਹਾਂ ਨੂੰ ਇਹ ਸ਼ੂਗਰ ਦੀ ਬਿਮਾਰੀ ਹੋ ਗਈ ਹੈ, ਜਦੋਂ ਕਿ ਉਹਨਾਂ ਦੇ ਪੇਰੈਂਟਸ ਨੂੰ 50 ਸਾਲ 60 ਸਾਲ 'ਤੇ ਹੋਈ। ਕਿਉਂਕਿ ਉਹੀ ਗੱਲ ਹੈ ਕਿ ਆਪਾਂ ਖਾਣੇ ਦੇ ਪਰਹੇਜ਼ ਨਹੀਂ ਕਰ ਰਹੇ, ਮੋਟਾਪੇ ਵਧੀ ਜਾ ਰਹੇ ਨੇ, ਅਤੇ ਇਸ ਲਈ ਇਹ ਬਿਮਾਰੀ ਹੋਰ ਜਲਦੀ ਨੈਕਸਟ ਜਨਰੇਸ਼ਨ ਵਿੱਚ ਹੋਈ ਜਾ ਰਹੀ ਹੈਗੀ। ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸਮੇਂ ਦੇ ਨਾਲ ਨਾਲ ਅੱਜ ਅਸੀਂ ਪਦਾਰਥਵਾਦੀ ਹੋ ਗਏ ਹਾਂ, ਹਰ ਚੀਜ਼ ਸਾਡੇ ਕੋਲ ਹੈ, ਹੱਥ ਦੇ ਵਿੱਚ ਫੋਨ ਜਿਸ ਦੇ ਵਿੱਚ ਕੁੱਲ ਦੁਨੀਆ ਨੂੰ ਅਸੀਂ ਆਪਣੀ ਮੁੱਠੀ ਦੇ ਵਿੱਚ ਕਰ ਲਿਆ ਹੈ। ਟੀਵੀ ਦੇਖਣਾ ਅਸੀਂ ਫੋਨ 'ਤੇ ਦੇਖ ਸਕਦੇ ਹਾਂ ਜਿੱਥੇ ਵੀ ਖੜ੍ਹ ਕੇ। ਕਾਰ ਦੇ ਵਿੱਚ ਘੁੰਮ ਕੇ ਅਸੀਂ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਚੁੱਕੇ ਹਾਂ, ਜਾਂ ਅੱਗੇ ਚੰਨ ਤੱਕ ਵੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕਾਰ ਦਾ ਕੋਈ ਨਾ ਕੋਈ ਰਸਤਾ ਲੱਭਣ ਦੇ ਵਿੱਚ ਦੁਨੀਆ ਲੱਗੀ ਹੋਈ ਹੈ। ਪਰ ਕਦੇ ਇਹ ਨਹੀਂ ਦੇਖਿਆ ਕਿ ਜਿਸ ਚੰਨ ਤੱਕ ਅਸੀਂ ਪਹੁੰਚਣਾ ਚਾਹੁੰਦੇ ਹਾਂ, ਜਦੋਂ ਤੱਕ ਅਸੀਂ ਪਹੁੰਚਾਂਗੇ, ਕਿ ਸਾਡੀ ਇਹ ਸਿਹਤ ਉਸ ਵੇਲੇ ਤੱਕ ਤੰਦਰੁਸਤ ਹੋਵੇਗੀ, ਇਹਦੇ ਬਾਰੇ ਕਦੇ ਅਸੀਂ ਨੁਕਤੇ ਨਹੀਂ ਕੱਢਦੇ। ਸੋ ਬਿਹਤਰ ਜ਼ਿੰਦਗੀ ਨੂੰ ਜਿਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੰਦਰੁਸਤੀ ਸਾਡੇ ਨਾਲ ਤੱਕ ਨਿਭੇ। ਭਾਵੇਂ ਜੀਵਨ ਦੀ ਲੰਬਾਈ ਛੋਟੀ ਹੋਵੇ, ਪਰ ਜੇ ਤੰਦਰੁਸਤ ਹੋਵੇ ਤਾਂ ਉਸ ਜ਼ਿੰਦਗੀ ਜਿਉਣ ਦਾ ਨਜ਼ਾਰਾ ਕੁਝ ਵੱਖਰਾ ਹੋਵੇਗਾ। ਸੋ ਇਹ ਸੀ ਸਾਡੀ ਮੁਲਾਕਾਤ ਅੱਜ ਡਾਕਟਰ ਹਰਪ੍ਰੀਤ ਬਜਾਜ ਹੋਣਾ ਦੇ ਨਾਲ, ਜੋ ਕਿ ਬਾਕੀ ਦੀ ਮੁਲਾਕਾਤ ਅਸੀਂ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਵਿਖਾਵਾਂਗੇ। ਔਰ ਇਸ ਦੇ ਨਾਲ ਹੀ 75 ਸਾਲਾ ਨੌਜਵਾਨ ਜੋ ਸ਼ੂਗਰ ਰੋਗ ਹੋਣ ਦੇ ਬਾਵਜੂਦ ਵੀ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਤੰਦਰੁਸਤੀ ਦੇ ਨਾਲ ਮਾਣ ਰਹੇ ਨੇ, ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ। ਆਓ ਜੋੜਦੇ ਹਾਂ ਇੱਕ ਪਿਆਰੇ ਜਿਹੇ ਮਿੱਠੇ ਜਿਹੇ ਗੀਤ ਦੇ ਨਾਲ। ਜ਼ਿੰਦਗੀ ਵਾਲੇ ਬਾਗ 'ਚ ਸੱਜਣੋਂ ਸੁੱਖ ਦੁੱਖ ਦੋ ਫੁੱਲ ਖਿੜਦੇ, ਖੇਡ ਮੁਕੱਦਰਾਂ ਵਾਲਾ ਵਾਰੋ ਵਾਰੀ ਝੋਲੀ ਵਿੱਚ ਖਿੜਦੇ। ਕਿਤੇ ਧੁੱਪ ਕਿਤੇ ਛਾਂ ਤਹਾਂ ਕਿਤਨਾ, ਕਿਤੇ ਧੁੱਪ ਕਿਤੇ ਛਾਂ ਤਹਾਂ ਕਿਤਨਾ, ਕੁਦਰਤ ਦਾ ਭੇਦ ਨਾ ਆਵੇ। ਕੋਈ ਮਾਰ ਮੱਥੇ ਹੱਥ ਹੋਵੇ, ਕੋਈ ਖੁਸ਼ੀ 'ਚ ਝਗੜੇ ਪਾਵੇ, ਕੋਈ ਮਾਰ ਮੱਥੇ ਹੱਥ ਹੋਵੇ, ਕੋਈ ਨੀਜਤ ਪਕੜੇ ਪਾਵੇ।
ਪਿਆਰੇ ਦਰਸ਼ਕੋ, ਇਹ ਸੀ ਸੁਰਖਾਬ ਦੇ ਰੂਪ ਵਿੱਚ ਸਾਡੀ ਇੱਕ ਪਲੇਠੀ ਕੋਸ਼ਿਸ਼। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡੇ ਆਲੇ ਦੁਆਲੇ ਹੋ ਰਹੇ ਕੋਈ ਵੀ ਉਦਮੀ ਕਾਰਜ, ਕੋਈ ਵੀ ਉਦਮੀ ਸ਼ਖਸੀਅਤ ਜਿਸ ਦਾ ਤੁਹਾਡੇ ਆਲੇ ਦੁਆਲੇ ਵਿੱਚ ਸਿਰਜਣ 'ਚ ਕੋਈ ਨਵਾਂ ਯੋਗਦਾਨ ਹੋਵੇ, ਜਾਂ ਨੌਜਵਾਨ ਜੋ ਕੋਈ ਉਦਮੀ ਕਾਰਜ ਕਰ ਰਹੇ ਹੋਣ, ਉਹਨਾਂ ਬਾਰੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੁਹਾਡੇ ਵਿਚਾਰ, ਤੁਹਾਡਾ ਪ੍ਰਤੀਕਰਮ ਸਾਡਾ ਸੁਭਾਗ ਹੋਵੇਗਾ। ਤੁਸੀਂ ਕਿਸੇ ਵੀ ਰੂਪ ਵਿੱਚ ਸਾਡੇ ਨਾਲ ਜਾਣਕਾਰੀ ਈਮੇਲ info@pvtv.ca ਤੇ ਸਾਂਝੀ ਕਰ ਸਕਦੇ ਹੋ। ਇਸ ਪ੍ਰੋਗਰਾਮ ਨੂੰ ਟੀਵੀ ਤੋਂ ਦੇਖਣ ਤੋਂ ਬਾਅਦ ਤੁਸੀਂ ਸਾਡੇ ਪ੍ਰੋਗਰਾਮ ਸਾਡੀ ਵੈਬਸਾਈਟ www.pvtv.ca ਤੇ ਵੀ ਵੇਖ ਸਕਦੇ ਹੋ। ਸੁਰਖਾਬ ਨੂੰ ਵੇਖਣ ਦੇ ਲਈ ਬਹੁਤ ਬਹੁਤ ਧੰਨਵਾਦ।